ਪੁਸਤਕ ਇੱਕ ਓਂਕਾਰ ਸਤਨਾਮ ਰਾਹੀਂ ਓਸ਼ੋ ਦੀ ਜਪਜੀ ਸਾਹਿਬ ਬਾਰੇ ਵਿਆਖਿਆ। ਮੈਂ ਸੁਣਿਆ ਕਿ ਅਜਿਹਾ ਹੋਇਆ ਕਿ ਇੱਕ ਮੂੜ ਦੇਸ਼ ਵਿੱਚ ਇੱਕ ਮਹਾਮੂੜ ਨੇਤਾ ਹੋ ਗਿਆ। ਉਹ ਪ੍ਰਧਾਨ ਮੰਤਰੀ ਬਣ ਗਿਆ। ਉਹ ਬੋਲ ਲੈਂਦਾ ਸੀ, ਭਾਸ਼ਣ ਦੇਣ 'ਚ ਤੇਜ਼ ਸੀ। ਨੇਤਾ ਹੋਣ ਲਈ ਓਨੀ ਜ਼ਰੂਰਤ ਹੈ, ਹੋਰ ਕੋਈ ਲਿਆਕਤ ਚਾਹੀਦੀ ਵੀ ਨਹੀਂ। ਉਹ ਕਾਫੀ ਚੀਖ ਚੀਖ ਕੇ ਬੋਲਦਾ ਸੀ ਅਤੇ ਪ੍ਰਭਾਵਿਤ ਕਰ ਦਿੰਦਾ ਸੀ ਆਵਾਜ਼ ਨਾਲ। ਅਤੇ ਜਦ ਕੋਈ ਇੰਨਾ ਚੀਖ ਕੇ ਬੋਲਦਾ ਤਾਂ ਲੋਕਾਂ ਨੂੰ ਭਰੋਸਾ ਆ ਜਾਂਦਾ ਹੈ ਕਿ ਇੰਨਾ ਚੀਖ ਕੇ ਬੋਲ ਰਿਹਾ ਤਾਂ ਕੁਝ ਪਤਾ ਹੀ ਹੋਏਗਾ। ਪੜ੍ਹਿਆ ਲਿਖਿਆ ਤਾਂ ਬਿਲਕੁਲ ਨਹੀਂ ਸੀ। ਮੁਸੀਬਤ ਤਦ ਆਈ ਜਦ ਉਹ ਪ੍ਰਧਾਨ ਮੰਤਰੀ ਹੋ ਗਿਆ, ਕਿਉਂਕਿ ਨਿਯਮ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਭਾਸ਼ਣ ਨਾ ਦੇਵੇ, ਪੜ੍ਹ ਕੇ ਬੋਲੇ। ਸੋ ਪੜ੍ਹ ਤਾਂ ਸਕਦਾ ਹੀ ਨਹੀਂ ਸੀ, ਪਰ ਆਦਮੀ ਹੁਸ਼ਿਆਰ ਸੀ। ਨੇਤਾ ਹੋਣ ਲਈ ਚਲਾਕੀ ਤਾਂ ਚਾਹੀਦੀ ਹੈ। ਤਾਂ ਉਹਨੇ ਸੋਚਿਆ ਕੋਈ ਹਰਜਾ ਨਹੀਂ, ਤਾਂ ਉਹ ਕੋਈ ਵੀ ਕਾਗਜ਼ ਰੱਖ ਲੈਂਦਾ। ਅਖਬਾਰ ਦੀ ਕਟਿੰਗ ਕੱਟ ਲਈ, ਰੱਖ ਲਈ। ਭਾਸ਼ਣ ਤਾਂ ਜੋ ਉਹਨੂੰ ਦੇਣਾ ਸੀ ਉਹੀ ਦਿੰਦਾ ਸੀ, ਪਰ ਉਹ ਉਹਦੇ ਵਿੱਚੋਂ ਪੜ੍ਹ ਕੇ ਦਿੰਦਾ ਸੀ। ਪੜ੍ਹਿਆ ਲਿਖਿਆ ਤਾਂ ਸੀ ਨਹੀਂ, ਸੋ ਕਦੇ ਕਾਗਜ਼ ਨੂੰ ਪੁੱਠਾ ਵੀ ਫੜ ਲੈਂਦਾ ਸੀ। ਅਜਿਹਾ ਹੋਇਆ ਕਿ ਕੋਈ ਪ੍ਰਦੇਸ਼ ਤੋਂ ਆਦਮੀ ਆਇਆ ਹੋਇਆ ਸੀ, ਕਿਸੇ ਦਾ ਪ੍ਰਾਹੁਣਾ। ਉਹਨੇ ਉਹਦਾ ਵਿਖਿਆਨ ਸੁਣਿਆ। ਉਹ ਹੈਰਾਨ ਹੋਇਆ, ਕਿਉਂਕਿ ਅਖਬਾਰ ਦੀ ਕੋਈ ਪੁਰਾਣੀ ਕਟਿੰਗ ਰੱਖੀ ਹੋਈ ਸੀ, ਉਹ ਵੀ ਪੁੱਠੀ ਫੜੀ ਹੋਈ ਸੀ। ਉਹਨੇ ਖਲੋ ਕੇ ਕਿਹਾ, ਇਹ ਤਾਂ ਹੱਦ ਹੋ ਗਈ। ਇਹ ਆਦਮੀ ਉਸ ਵਿੱਚ ਜੋ ਲਿਖਿਆ ਉਹ ਤਾਂ ਪੜ੍ਹ ਹੀ ਨਹੀਂ ਰਿਹਾ ਅਤੇ ਪੜ੍ਹ ਵੀ ਨਹੀਂ ਸਕਦਾ, ਕਿਉਂਕਿ ਉਹਨੂੰ ਪੁੱਠਾ ਰੱਖਿਆ ਹੋਇਆ ਹੈ। ਪਰ ਨੇਤਾ, ਜਿਵੇਂ ਕਿ ਨੇਤਾ ਚਲਾਕ ਹੁੰਦੇ ਆ, ਪਿੰਡ ਦੇ ਲੋਕਾਂ ਨੂੰ ਗੱਲ ਜਚੀ। ਉਹਨਾਂ ਮੂੜਾਂ ਦੀ ਗੱਲ ਜਚੀ ਕਿ ਹੈ ਇਹ ਬਿਲਕੁਲ ਅਨਪੜ੍ਹ ਆਦਮੀ ਹੈ, ਇਹਨੂੰ ਇਹ ਵੀ ਪਤਾ ਨਹੀਂ ਕਿ ਸਿੱਧਾ। ਨੇਤਾ ਨੇ ਕਾਗਜ਼ ਹੇਠਾਂ ਰੱਖ ਕੇ ਕਿਹਾ ਕਿ ਸੁਣੋ, ਜਿਹਨੂੰ ਪੜ੍ਹਨਾ ਆਉਂਦਾ ਉਹਨੂੰ ਕੀ ਸਿੱਧਾ ਕੀ ਪੁੱਠਾ। ਇਹ ਪਿੰਡ ਦੇ ਲੋਕਾਂ ਨੂੰ ਬਿਲਕੁਲ ਜਚੀ ਕਿ ਗੱਲ ਬਿਲਕੁਲ ਠੀਕ ਹੈ, ਜਿਹਨੂੰ ਪੜ੍ਹਨਾ ਹੀ ਆਉਂਦਾ ਹੈ। ਉਸ ਨੇਤਾ ਨੇ ਕਿਹਾ, ਤੁਸੀਂ ਸੁਣੀ ਹੈ ਕਹਾਵਤ, ਨਾਚ ਨਾ ਜਾਵੇ ਆਵੇ ਆਂਗਨ ਟੇੜਾ। ਆਂਗਨ ਟੇੜਾ ਹੋਣ ਨਾਲ ਕੀ ਹੁੰਦਾ? ਨਾਚ ਆਉਣਾ ਚਾਹੀਦਾ, ਪੜ੍ਹਨਾ ਆਉਣਾ ਚਾਹੀਦਾ। ਕਾਗਜ਼ ਭਾਵੇਂ ਕਿਹੋ ਜਿਹਾ ਹੋਵੇ, ਮੈਂ ਉਹਨੂੰ ਕਿਸੇ ਵੀ ਤਰ੍ਹਾਂ ਰੱਖਾਂ, ਹਰ ਹਾਲਤ 'ਚ ਪੜ੍ਹ ਸਕਦਾ। ਇਹ ਆਦਮੀ ਅਨਪੜ੍ਹ ਹੈ ਅਤੇ ਉਹ ਆਦਮੀ ਅਜੇ ਵੀ ਨੇਤਾ ਹੈ। ਪਿੰਡ ਦੇ ਲੋਕਾਂ ਨੂੰ ਗੱਲ ਜੱਚ ਗਈ। ਬੁੱਧ ਕੋਲੋਂ ਲੋਕ ਪੁੱਛਦੇ ਹੈ, ਈਸ਼ਵਰ ਹੈ? ਉਹ ਚੁੱਪ ਰਹਿ ਜਾਂਦੇ ਹੈ। ਇੱਕ ਤਾਂ ਇਹ ਭਰਮ ਪੈਦਾ ਹੋਇਆ, ਉਹਨਾਂ ਨੂੰ ਪਤਾ ਹੀ ਨਹੀਂ ਹੈ, ਅਤੇ ਦੂਜਾ ਇਹ ਭਰਮ ਪੈਦਾ ਹੋਇਆ ਕਿ ਈਸ਼ਵਰ ਹੈ ਨਹੀਂ, ਇਸ ਲਈ ਬੁੱਧ ਚੁੱਪ ਹਨ। ਹਿੰਦੂਆਂ ਨੇ ਸਮਝਿਆ ਇਸ ਆਦਮੀ ਨੂੰ ਪਤਾ ਨਹੀਂ ਹੈ, ਅਤੇ ਬੌਧਾਂ ਨੇ ਸਮਝਿਆ, ਜਿਹੜੇ ਬੁੱਧ ਦੇ ਹੀ ਪੈਰੋਕਾਰ ਸੀ, ਕਿ ਈਸ਼ਵਰ ਹੈ ਨਹੀਂ, ਇਸ ਲਈ ਬੁੱਧ ਚੁੱਪ ਹੈ। ਨਹੀਂ ਤਾਂ ਕਿਉਂ ਚੁੱਪ ਰਹਿਣ? ਇਸ ਲਈ ਬੁੱਧ ਨੂੰ ਲੋਕ ਨਾਸਤਕ ਸਮਝਦੇ ਹੈ। ਖੁਦ ਉਹਨਾਂ ਦੇ ਮੰਨਣ ਵਾਲੇ ਨਾਸਤਕ ਸਮਝਦੇ ਹੈ। ਉਹਨਾਂ ਤੋਂ ਮਹਾਨ ਆਸਤਕ ਅੱਜ ਤੱਕ ਕੋਈ ਧਰਤੀ 'ਤੇ ਨਹੀਂ ਹੋਇਆ। ਨਾਨਕ ਦੀ ਗੱਲ ਤੋਂ ਤੁਹਾਨੂੰ ਸਮਝ 'ਚ ਆ ਜਾਏਗਾ, ਲੱਜਾਵਾਣੀ ਹੈ। ਜਦ ਤੁਸੀਂ ਪੁੱਛਦੇ ਹੋ ਈਸ਼ਵਰ ਹੈ, ਤਾਂ ਬੁੱਧ ਚੁੱਪ ਰਹਿ ਜਾਂਦੇ ਆ। ਚੁੱਪ ਰਹਿੰਦੇ ਹਨ ਕਿ ਕਿਵੇਂ ਕਹਾਂ, ਕਿਸ ਮੂੰਹ ਨਾਲ ਕਹਾਂ, ਕੌਣ ਕਹੇ। ਰਹੱਸ ਇੰਨਾ ਵੱਡਾ ਹੈ, ਕਿਹਾ ਨਹੀਂ ਜਾ ਸਕਦਾ। ਬੁੱਧ ਚੁੱਪ ਰਹਿ ਕੇ ਕੁਝ ਕਹਿ ਰਹੇ ਹਨ, ਤੁਸੀਂ ਸਮਝ ਹੀ ਨਹੀਂ ਪਾ ਰਹੇ, ਜਾਂ ਤੁਸੀਂ ਜੋ ਵੀ ਸਮਝ ਪਾ ਰਹੇ ਉਹ ਗਲਤ ਹੈ। ਨਾਨਕ ਕਹਿੰਦੇ ਹਨ, ਉਹਦੇ ਵਿੱਚ ਜੋ ਰਚਨਾ ਹੁੰਦੀ ਹੈ ਉਹ ਅਤਿਅੰਤ ਅਨੂਪ ਅਤੇ ਅਨੁਪਮ ਹੈ। ਉਹ ਲੱਜਾ 'ਚ ਜਿਹੜੀਆਂ ਬੋਧ ਦੀਆਂ ਨਵੀਆਂ ਨਵੀਆਂ ਰਚਨਾਵਾਂ ਹੁੰਦੀਆਂ ਹਨ, ਨਵੀਆਂ ਨਵੀਆਂ ਤਰੰਗਾਂ ਆਉਂਦੀਆਂ ਹਨ, ਉਹ ਅਨੁਪਮ ਹਨ, ਅਨੋਖੀਆਂ ਹਨ। ਉਹਨਾਂ ਦਾ ਕੋਈ ਜੋੜ ਨਹੀਂ, ਬੇਜੋੜ ਹਨ। ਉਹਨਾਂ ਦੀ ਚਰਚਾ ਸ਼ਬਦਾਂ 'ਚ ਨਹੀਂ ਕੀਤੀ ਜਾ ਸਕਦੀ। ਅਤੇ ਜਿਹੜਾ ਅਜਿਹਾ ਕਰਨ ਦਾ ਪ੍ਰਯਾਸ ਕਰਦਾ ਹੈ ਉਹ ਪਿੱਛੋਂ ਪਛਤਾਉਂਦਾ ਹੈ। ਕਿਉਂ ਪਿੱਛੋਂ ਪਛਤਾਉਂਦਾ ਹੈ? ਜਿਹੜਾ ਯਤਨ ਕਰਦਾ, ਕਿਉਂਕਿ ਜਿਵੇਂ ਹੀ ਸ਼ਬਦ 'ਚ ਕੋਈ ਗੱਲ ਬੋਲੀ ਜਾਂਦੀ, ਉਵੇਂ ਲੱਗਦਾ ਹੈ ਜੋ ਕਹਿਣਾ ਸੀ ਉਹ ਤਾਂ ਕਿਹਾ ਨਹੀਂ ਗਿਆ, ਇਹ ਤਾਂ ਕੁਝ ਹੋਰ ਹੋ ਗਿਆ। ਜੋ ਕਹਿਣਾ ਸੀ ਉਹ ਤਾਂ ਪਿੱਛੇ ਰਹਿ ਗਿਆ। ਜਦ ਉਹ ਸੁਣਨ ਵਾਲੇ ਦੀਆਂ ਅੱਖਾਂ ਨੂੰ ਵੇਖਦਾ ਹੈ, ਤਦ ਉਹਨੂੰ ਲੱਗਦਾ ਹੈ ਜੋ ਕਹਿਣਾ ਸੀ ਉਹ ਤਾਂ ਪੁੱਜਾ ਹੀ ਨਹੀਂ। 90% ਤਾਂ ਪਹਿਲਾਂ ਹੀ ਛੁੱਟ ਗਿਆ। ਸ਼ਬਦ ਜਦੋਂ ਬਣਾਇਆ, 10% ਜੋ ਥੋੜ੍ਹਾ ਬਹੁਤ ਸ਼ਬਦ ਵਿੱਚ ਸੀ ਉਹ ਵੀ ਸੁਣਨ ਵਾਲੇ ਤੱਕ ਨਹੀਂ ਪੁੱਜਾ। ਉਹਨੇ ਕੁਝ ਹੋਰ ਹੀ ਸੁਣਿਆ, ਤੁਸੀਂ ਕੁਝ ਹੋਰ ਹੀ ਕਿਹਾ। ਬੁੱਧ ਕੁਝ ਹੋਰ ਹੀ ਕਹਿੰਦੇ ਹਨ, ਅਗਿਆਨੀ ਕੁਝ ਹੋਰ ਹੀ ਸੁਣਦੇ ਹਨ, ਅਤੇ ਜੋ ਅਗਿਆਨੀ ਸੁਣਦੇ ਹਨ ਉਹਦੇ ਉੱਤੇ ਸੰਪਰਦਾਇ ਨਿਰਮਤ ਹੁੰਦੇ ਹਨ। ਇਸ ਲਈ ਬੁੱਧਾਂ ਨਾਲੋਂ ਉਹਨਾਂ ਸੰਪਰਦਾਵਾਂ ਦਾ ਸੰਬੰਧ ਬਿਲਕੁਲ ਹੀ ਟੁੱਟ ਜਾਂਦਾ ਹੈ, ਕੋਈ ਸੰਬੰਧ ਨਹੀਂ ਰਹਿ ਜਾਂਦਾ। ਇਸ ਲਈ ਪਿੱਛੋਂ ਪਛਤਾਉਂਦਾ ਹੈ ਕਿ ਜੋ ਕਹੇਗਾ ਉਹ ਪਛਤਾਏਗਾ। ਇਸ ਲਈ ਜਿਨ੍ਹਾਂ ਨੇ ਵੀ ਕਹਿਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਵੀ ਲਗਾਤਾਰ ਨਾਲ ਇਹ ਵੀ ਕਿਹਾ ਕਿ ਤੁਸੀਂ ਸ਼ਬਦ ਨੂੰ ਨਾ ਫੜ ਲੈਣਾ। ਹੁਣ ਨਾਨਕ ਨੇ ਇਹ ਕਿਹਾ, ਹੁਣ ਉਹ ਪਛਤਾ ਰਹੇ ਹੋਣਗੇ। ਸਿੱਖਾਂ ਨੂੰ ਵੇਖਣਗੇ, ਪਛਤਾਉਣਗੇ। ਇਹ ਕਦੇ ਸੋਚਿਆ ਵੀ ਨਹੀਂ ਹੋਏਗਾ ਕਿ ਇਹ ਜਮਾਤ ਖੜੀ ਹੋਏਗੀ। ਬੁੱਧ ਪਛਤਾ ਰਹੇ ਹਨ ਕਿ ਜਿਹੜੀ ਬੌਧਾਂ ਦੀ ਜਮਾਤ ਖੜੀ ਹੋਈ ਹੈ, ਇਹ ਕਦੇ ਸੋਚਿਆ ਵੀ ਨਹੀਂ ਹੋਏਗਾ। ਮਹਾਂਵੀਰ ਪਛਤਾ ਰਹੇ ਹਨ। ਉਹ ਲੋਕ ਸਾਰੇ ਮੋਕਸ਼ ਵਿੱਚ ਮਿਲਦੇ ਹੋਣਗੇ ਅਤੇ ਆਪਣਾ ਆਪਣਾ ਰੋਣਾ ਰੋਂਦੇ ਹੋਣਗੇ, ਰੋਣਗੇ ਹੀ।
ਕਿਉਂਕਿ ਸੁਣ ਕੇ ਉਹ ਗੱਲ ਸਮਝੀ ਨਹੀਂ ਜਾ ਸਕਦੀ। ਸੁਣਨ ਵਾਲਾ ਸ਼ਬਦ ਫੜ ਲੈਂਦਾ ਹੈ, ਫਿਰ ਸ਼ਬਦਾਂ ਨੂੰ ਢੋਂਦਾ ਹੈ, ਫਿਰ ਸ਼ਬਦ ਦੇ ਆਲੇ ਦੁਆਲੇ ਸੰਪਰਦਾਇ ਖੜਾ ਹੁੰਦਾ ਹੈ, ਫਿਰ ਉਹ ਸੰਪਰਦਾਇ ਹਜ਼ਾਰਾਂ ਹਜ਼ਾਰਾਂ ਸਾਲਾਂ ਤੱਕ ਟੁਰਦਾ ਹੈ। ਹਜ਼ਾਰ ਤਰ੍ਹਾਂ ਦੀਆਂ ਭੁੱਲਾਂ ਉਸ ਸੰਪਰਦਾਇ ਦੇ ਕਾਰਨ ਪੈਦਾ ਹੁੰਦੀਆਂ, ਹਜ਼ਾਰਾਂ ਕਿਸਮਾਂ ਦੀਆਂ ਬੁਰਾਈਆਂ। ਉਹ ਧਰਤੀ 'ਤੇ ਇੱਕ ਜ਼ਖਮ ਦੇ ਵਾਂਗ ਛੁੱਟ ਜਾਂਦਾ ਹੈ। ਮਨੁੱਖ ਦੀ ਚੇਤਨਾ ਉੱਤੇ ਇੱਕ ਰੋਗ ਦੇ ਵਾਂਗ ਜਿਹੜਾ ਅਜਿਹਾ ਕਹਿਣ ਦਾ ਯਤਨ ਕਰਦਾ ਹੈ, ਉਹ ਪਿੱਛੋਂ ਪਛਤਾਉਂਦਾ। ਉੱਥੇ ਹੀ ਸਿਮਰਤੀ, ਮਤ, ਮਨ, ਬੁੱਧੀ ਦੀ ਰਚਨਾ ਹੁੰਦੀ ਹੈ। ਉਸ ਗਿਆਨ ਖੰਡ 'ਚ ਜਿੱਥੇ ਹੋਸ਼ ਜਾਗਦਾ ਹੈ, ਉੱਥੇ ਹੀ ਸਿਮਰਤੀ ਦੀਆਂ ਤਾਰਾਵਾਂ, ਮਤ, ਮਨ, ਬੁੱਧੀ ਦੀ ਰਚਨਾ, ਉੱਥੇ ਹੀ ਚੇਤਨਾ ਦੇ ਸਾਰੇ ਰੂਪ ਢਲਦੇ ਹੈ। ਉੱਥੇ ਹੀ ਦੇਵਤਾ ਅਤੇ ਸਿੱਧ ਦੀ ਸੁੱਧ ਜਾਂ ਮਨੀਸ਼ਾ ਘੜੀ ਜਾਂਦੀ ਹੈ। ਉਸ ਹੋਸ਼ 'ਚ ਸਭ ਵਿਖਾਈ ਦਿੰਦਾ ਹੈ। ਇਹ ਸਾਰੇ ਰੂਪ ਜਿਵੇਂ ਮਿੱਟੀ ਤੋਂ ਕੋਈ ਹਜ਼ਾਰਾਂ ਚੀਜ਼ਾਂ ਬਣਾਏ, ਮੂਰਤੀਆਂ ਬਣਾਏ, ਇਸੇ ਤਰ੍ਹਾਂ ਹੀ ਚੇਤਨਾ ਦੇ ਸਾਰੇ ਰੂਪ ਹਨ। ਬੁੱਧੀ, ਮਨ, ਸੁੱਧ, ਸਿਮਰਤੀ, ਮਨੀਸ਼ਾ, ਪ੍ਰਤਿਭਾ, ਸਭ ਚੇਤਨਾ ਦੇ ਰੂਪ ਹਨ। ਲੇਕਿਨ ਜਦ ਤੁਸੀਂ ਜਾਗ ਕੇ ਇਹਨਾਂ ਤੋਂ ਉੱਪਰ ਉੱਠਦੇ ਹੋ, ਤਦ ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਸਭ ਤਾਂ ਚੇਤਨਾ ਦੇ ਰੂਪ ਹਨ ਅਤੇ ਇਹਨਾਂ ਤੋਂ ਜੋ ਵੀ ਜਾਣਿਆ ਜਾਂਦਾ ਹੈ ਸੀਮਤ ਹੋਏਗਾ, ਕਿਉਂਕਿ ਰੂਪ ਤੋਂ ਤੁਸੀਂ ਅਰੂਪ ਨੂੰ ਨਹੀਂ ਜਾਣ ਸਕਦੇ। ਮਤ, ਬੁੱਧੀ, ਸੁੱਧ, ਪ੍ਰਤਿਭਾ, ਇਹਨਾਂ ਸਭ ਦੇ ਪਿੱਛੇ ਜਿਹੜਾ ਅਰੂਪ ਲੁਕਿਆ ਹੈ, ਉਹ ਹੈ ਜਾਗਰਣ, ਉਹ ਹੈ ਬੋਧ, ਉਹ ਹੈ ਹੋਸ਼, ਉਹ ਹੈ ਚੇਤਨਾ। ਉਸ ਅਰੂਪ ਨੂੰ ਤੁਸੀਂ ਫੜੋ ਅਤੇ ਇਹਨਾਂ ਰੂਪਾਂ ਨੂੰ ਤੁਸੀਂ ਅੰਦਰ ਛੱਡ ਦਿਓ। ਜਿਵੇਂ ਤੁਸੀਂ ਅਰੂਪ ਦਾ ਧਾਗਾ ਅੰਦਰ ਫੜ ਲੈਂਦੇ ਹੋ, ਉਵੇਂ ਸਾਰੇ ਜਗਤ ਵਿੱਚ ਨਿਰਾਕਾਰ ਦੀ ਪਛਾਣ ਸ਼ੁਰੂ ਹੋ ਜਾਂਦੀ ਹੈ। ਬੁੱਧੀ ਨਾਲ ਤੁਸੀਂ ਜੋ ਵੀ ਜਾਣੋਗੇ ਉਹ ਸੀਮਤ ਹੋਏਗਾ, ਸਾਕਾਰ ਹੋਏਗਾ। ਬੁੱਧੀ ਤਾਂ ਐਵੇਂ ਹੀ ਹੈ ਜਿਵੇਂ ਕੋਈ ਘਰ ਦੀ ਖਿੜਕੀ ਉੱਤੇ ਖੜਾ ਹੋ ਕੇ ਆਕਾਸ਼ ਨੂੰ ਵੇਖੇ। ਖਿੜਕੀ ਦਾ ਜਿਹੜਾ ਚੌਖਟਾ ਹੈ, ਆਕਾਸ਼ ਓਨਾ ਹੀ ਵਿਖਾਈ ਪਏਗਾ ਜਿੰਨਾ ਉਹ ਚੌਖਟ ਹੈ। ਚੇਤਨਾ ਬਹੁਤ ਰੂਪ ਲੈਂਦੀ ਹੈ, ਜਿਵੇਂ ਪਦਾਰਥ ਨੇ ਬਹੁਤ ਰੂਪ ਲਏ ਹਨ। ਕਿਤੇ ਚੱਟਾਨ ਹੈ, ਕਿਤੇ ਬੱਦਲ ਹੈ, ਕਿਤੇ ਬਰਫ਼ ਹੈ, ਕਿਤੇ ਆਕਾਸ਼ ਹੈ। ਜਿਵੇਂ ਪਦਾਰਥ ਨੇ ਅਨੰਤ ਰੂਪ ਲਏ ਹਨ, ਉਸੇ ਤਰ੍ਹਾਂ ਚੇਤਨਾ ਨੇ ਵੀ ਅਨੰਤ ਰੂਪ ਲਏ ਹਨ। ਕਿਤੇ ਬੁੱਧੀ ਹੈ, ਕਿਤੇ ਸੁੱਧ ਹੈ, ਬੁੱਧੀਮਾਨ 'ਚ ਬੁੱਧੀ ਹੈ, ਪੰਡਤ ਵਿੱਚ ਬੁੱਧੀ ਹੈ, ਸੁਧੀਮਾਨ ਵਿੱਚ, ਸਾਧੂ ਵਿੱਚ ਸੁੱਧ ਹੈ, ਸਮਰਨ ਹੈ, ਸੁਰਤ ਹੈ। ਜਿਹੜੇ ਲੋਕ ਬਹੁਤ ਯਾਦਦਾਸ਼ਤ ਰੱਖਦੇ ਹਨ, ਚਾਹੇ ਉਹਨਾਂ 'ਚ ਬੁੱਧੀ ਨਾ ਹੋਵੇ, ਸਿਮਰਤੀ ਹੁੰਦੀ ਹੈ। ਅਕਸਰ ਅਜਿਹਾ ਹੁੰਦਾ ਹੈ ਕਿ ਬਹੁਤ ਬੁੱਧੀਮਾਨ ਲੋਕਾਂ ਵਿੱਚ ਸਿਮਰਤੀ ਨਹੀਂ ਹੁੰਦੀ, ਬਹੁਤ ਸਿਮਰਤੀਵਾਨ ਲੋਕਾਂ ਵਿੱਚ ਬੁੱਧੀ ਨਹੀਂ ਹੁੰਦੀ। ਇਸ ਤਰ੍ਹਾਂ ਦੇ ਬਹੁਤ ਸਾਰੇ ਪ੍ਰਮਾਣ ਹਨ। ਇੱਥੇ ਵੱਡੀ ਸਿਮਰਤੀ ਦੇ ਲੋਕ ਬੁੱਧੂ ਪਾਏ ਗਏ ਹਨ, ਕਿਉਂਕਿ ਸਿਮਰਤੀ ਦਾ ਕੰਮ ਹੀ ਵੱਖਰਾ ਹੈ। ਜੋ ਹੈ ਉਹਨੂੰ ਜਾਣ ਲਿਆ, ਉਹਦੀ ਯਾਦਦਾਸ਼ਤ। ਬੁੱਧੀ ਦਾ ਕੰਮ ਦੂਜਾ, ਜੋ ਨਹੀਂ ਜਾਣਿਆ, ਜਿਸ ਨਾਲ ਕੋਈ ਪਛਾਣ ਨਹੀਂ ਹੈ, ਉਹ 'ਚ ਰਾਹ ਬਣਾਉਣਾ। ਦੋਵੇਂ ਵੱਖਰੇ ਵੱਖਰੇ ਹਨ। ਸਿਮਰਤੀ ਅਤੀਤ ਹੈ ਅਤੇ ਬੁੱਧੀ ਦੀ ਖੋਜ ਭਵਿੱਖ ਵਿੱਚ ਹੈ। ਹੁਣ ਤਾਂ ਵਿਗਿਆਨਕ ਕਹਿੰਦੇ ਹਨ ਕਿ ਬਹੁਤ ਸਿਮਰਤੀ ਹੋਵੇ ਤਾਂ ਸਾਰੀ ਚੇਤਨਾ ਉਸੇ 'ਚ ਜਕੜ ਜਾਂਦੀ ਹੈ। ਬੁੱਧੀ ਬਹੁਤੀ ਨਹੀਂ ਵੱਧ ਪਾਉਂਦੀ ਅਤੇ ਹੁਣ ਸਾਰੀਆਂ ਸਿੱਖਿਆ ਦੀਆਂ ਸੰਸਥਾਵਾਂ ਸਿਮਰਤੀ ਉੱਤੇ ਹੀ ਜ਼ੋਰ ਦਿੰਦੀਆਂ। ਇਸ ਲਈ ਜੇਕਰ ਦੁਨੀਆ 'ਚ ਵੱਡਾ ਬੁੱਧੂਪਨ ਹੈ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਸਿਮਰਤੀ ਦੀ ਸਿੱਖਿਆ ਹੁੰਦੀ ਹੈ, ਬੁੱਧੀਮਤਾ ਦੀ ਕੋਈ ਸਿਖਲਾਈ ਨਹੀਂ ਹੁੰਦੀ। ਇੱਕ ਬੱਚਾ ਪੜ੍ਹ ਲਿਖ ਕੇ ਮੁੜ ਆਉਂਦਾ ਹੈ, ਬਿਲਕੁਲ ਜੜ ਹੋ ਕੇ ਪਰਤਦਾ ਹੈ। ਸੁਭਾਗਸ਼ਾਲੀ ਹਨ ਉਹ ਲੋਕ ਜਿਹੜੇ ਵਿਸ਼ਵ ਵਿਦਿਆਲੇ ਤੋਂ ਆਪਣੀ ਬੁੱਧੀ ਬਚਾ ਕੇ ਪਰਤ ਆਉਂਦੇ ਹੈ, ਨਹੀਂ ਤਾਂ ਨਸ਼ਟ ਹੋ ਹੀ ਜਾਂਦੀ। ਯਾਦ ਕਰਦੇ ਕਰਦੇ ਯਾਦ ਹੀ ਫੜ ਲੈਂਦੀ ਹੈ। ਸਿਮਰਤੀ ਵੱਖਰੀ ਹੈ, ਬੁੱਧੀ ਵੱਖਰੀ ਹੈ। ਪ੍ਰਤਿਭਾ ਹੋਰ ਹੀ ਵੱਖਰੀ ਗੱਲ ਹੈ। ਪ੍ਰਤਿਭਾ ਦਾ ਅਰਥ ਹੈ ਸਹਿਜ ਜੀਵਨ ਨੂੰ ਜਾਣਨ ਦੀ ਅਤੇ ਪਛਾਣਨ ਦੀ ਯੋਗਤਾ, ਬਿਨਾਂ ਕਿਸੇ ਤਰਕ ਦੇ ਜਵਾਬ ਦੀ ਝਲਕ ਨੂੰ ਪਾ ਲੈਣ ਦੀ ਸ਼ਕਤੀ ਦਾ ਨਾਮ ਪ੍ਰਤਿਭਾ ਹੈ। ਜੇਕਰ ਤੁਸੀਂ ਵੱਡੇ ਤੋਂ ਵੱਡੇ ਵਿਗਿਆਨਕ ਆਈਨਸਟੀਨ ਤੋਂ ਪੁੱਛੋ, ਉਹ ਇਹੀ ਕਹੇਗਾ, ਜੋ ਵੀ ਮੈਂ ਜਾਣਿਆ ਉਹ ਬੁੱਧੀ ਨਾਲ ਨਹੀਂ ਜਾਣਿਆ, ਪ੍ਰਤਿਭਾ ਨਾਲ। ਉਹਦੇ ਲਈ ਕੋਈ ਜਵਾਬ ਨਹੀਂ ਹੈ। ਅਨੇਕ ਰੂਪਾਂ ਵਿੱਚ ਪ੍ਰਤਿਭਾ ਵਾਪਰਦੀ ਹੈ। ਮੈਡਮ ਕਿਊਰੀ ਖੋਜ ਕਰ ਰਹੀ ਸੀ, ਜਿਹਦੇ ਲਈ ਉਹਨੂੰ ਨੋਬਲ ਪ੍ਰਾਈਜ਼ ਮਿਲਿਆ। ਉਹ ਥੱਕ ਗਈ ਵਰ੍ਹਿਆਂ ਤੱਕ ਭਾਲ ਕਰਦੇ ਕੁਛ ਨਾ ਕੁਛ, ਅਤੇ ਇੱਕ ਰਾਤ ਨੀਂਦ 'ਚ ਉੱਠ ਕੇ ਟੇਬਲ 'ਤੇ ਜਾ ਕੇ ਨੀਂਦ ਵਿੱਚ ਹੀ ਉਹਨੇ ਜਵਾਬ ਲਿਖ ਦਿੱਤਾ। ਫਿਰ ਪਰਤ ਕੇ ਸੌਂ ਗਈ। ਸਵੇਰੇ ਤਾਂ ਹੈਰਾਨ ਹੀ ਹੋਈ ਕਿ ਜਵਾਬ ਆਇਆ ਕਿੱਥੋਂ, ਕਿਉਂਕਿ ਜਿੱਥੋਂ ਤੱਕ ਉਹਨੂੰ ਚੇਤੇ ਆਇਆ ਸ਼ਾਮ ਤੱਕ ਉਹ ਪਰੇਸ਼ਾਨ ਸੀ, ਜਵਾਬ ਨਹੀਂ ਮਿਲਿਆ। ਤਦ ਉਹਨੂੰ ਹੌਲੀ ਹੌਲੀ ਚੇਤੇ ਆਇਆ, ਜਿਵੇਂ ਉਹਨੇ ਕੋਈ ਸੁਪਨਾ ਵੇਖਿਆ। ਉੱਠੀ ਅਤੇ ਉਹਨੇ ਸੁਪਨੇ ਵਿੱਚ ਕੁਝ ਲਿਖਿਆ ਸੀ। ਫਿਰ ਉਹਨੇ ਆਪਣੇ ਅੱਖਰ ਵੀ ਪਛਾਣ ਲਏ। ਰਾਤ ਵਿੱਚ ਉਹਨੇ ਜਵਾਬ ਲਿਖ ਦਿੱਤਾ, ਜਿਹੜਾ ਦਿਨ 'ਚ ਲੱਭ ਕੇ ਥੱਕ ਗਈ ਸੀ। ਸਾਰੇ ਕਵੀਆਂ ਦਾ ਇਹ ਖਿਆਲ ਹੈ ਕਿ ਜਦ ਤੱਕ ਤੁਸੀਂ ਕੋਸ਼ਿਸ਼ ਕਰੋ ਤਦ ਤੱਕ ਕੁਝ ਨਹੀਂ ਹੁੰਦਾ। ਗੀਤ ਉਤਰਦਾ ਹੈ, ਉਹ ਪ੍ਰਤਿਭਾ ਦਾ ਹਿੱਸਾ ਹੈ। ਲੇਕਿਨ ਨਾਨਕ ਕਹਿੰਦੇ ਹਨ ਕਿ ਇਹ ਸਭ ਮਤ, ਸਿਮਰਤੀ, ਮਨ, ਬੁੱਧੀ, ਪ੍ਰਤਿਭਾ, ਸੁੱਧ ਸਾਰੀ ਖੇਡ ਹਨ ਚੇਤਨਾ ਦੇ।
ਵੱਖਰੇ ਵੱਖਰੇ ਢਾਂਚੇ ਹਨ। ਇਹਨਾਂ ਢਾਂਚਿਆਂ ਨਾਲ ਤੁਸੀਂ ਜੋ ਵੀ ਜਾਣੋਗੇ ਉਹ ਸੀਮਤ ਹੋਏਗਾ। ਇਹਨਾਂ ਢਾਂਚਿਆਂ ਤੋਂ ਵੀ ਉੱਪਰ ਜਾਣਾ ਹੈ। ਇੱਕ ਨੂੰ ਹੀ ਜਾਣਨਾ ਹੈ ਬਾਹਰ, ਇੱਕ ਨੂੰ ਹੀ ਜਾਣਨਾ ਹੈ ਅੰਦਰ। ਜਦ ਤੁਸੀਂ ਇੱਕ ਨੂੰ ਅੰਦਰ ਪਛਾਣੋਗੇ ਤਦ ਹੀ ਤੁਸੀਂ ਇੱਕ ਨੂੰ ਬਾਹਰ ਪਛਾਣੋਗੇ, ਕਿਉਂਕਿ ਅੰਦਰ ਜਦ ਤੁਸੀਂ ਇੱਕ ਹੋਵੋਗੇ ਤਦ ਬਾਹਰ ਦੇ ਇੱਕ ਦੀ ਪਛਾਣ ਆ ਸਕਦੀ ਹੈ। ਜਦ ਤੁਸੀਂ ਇੱਕ ਅੰਦਰ ਇੱਕ ਬਾਹਰ ਨੂੰ ਪਛਾਣ ਲੈਂਦੇ ਹੋ ਤਾਂ ਦੋ ਨਹੀਂ ਬਣਦੇ। ਅਚਾਨਕ ਤੁਸੀਂ ਪਾਉਂਦੇ ਹੋ ਕਿ ਜੋ ਅੰਦਰ ਹੈ ਉਹੀ ਬਾਹਰ ਹੈ। ਤੁਸੀਂ ਅਚਾਨਕ ਪਾਉਂਦੇ ਹੋ ਕਿ ਅੰਦਰ ਬਾਹਰ ਵੀ ਫਾਸਲਾ ਸਾਡਾ ਨਿਰਮਤ ਕੀਤਾ ਹੋਇਆ ਹੈ। ਜਿਹੜਾ ਆਕਾਸ਼ ਬਾਹਰ ਹੈ ਤੁਹਾਡੇ ਘਰ ਦੇ ਉਹੀ ਅੰਦਰ ਹੈ। ਕੰਧਾਂ ਤੁਸੀਂ ਬਣਾਈਆਂ ਹੋਈਆਂ, ਦੁਆਰ ਦਰਵਾਜ਼ੇ ਤੁਸੀਂ ਲਾ ਰੱਖੇ ਹੈ। ਆਕਾਸ਼ ਨੂੰ ਤੁਸੀਂ ਵੱਖ-ਵੱਖ ਨਹੀਂ ਕਰ ਸਕਦੇ। ਤੁਸੀਂ ਸੋਚਦੇ ਹੋ ਆਕਾਸ਼ ਖਿੰਡ ਗਿਆ ਕਿ ਤੁਸੀਂ ਕੰਧ ਖੜੀ ਕਰ ਦਿੱਤੀ ਤਾਂ ਆਕਾਸ਼ ਦੇ ਟੁਕੜਿਆਂ 'ਚ ਹੋ ਗਿਆ। ਆਕਾਸ਼ ਅਖੰਡ ਹੈ। ਤੁਹਾਡੀ ਕੰਧ ਬਣੇ ਨਾ ਬਣੇ, ਅੱਜ ਹੈ ਕੱਲ੍ਹ ਢਹਿ ਜਾਏਗੀ। ਆਕਾਸ਼ ਜਿਹੋ ਜਿਹਾ ਹੈ ਉਹੋ ਜਿਹਾ ਹੀ ਬਣਿਆ ਰਹੇਗਾ। ਜਿਵੇਂ ਤੁਸੀਂ ਇੱਕ ਨੂੰ ਅੰਦਰ ਇੱਕ ਨੂੰ ਬਾਹਰ ਪਛਾਣਦੇ ਹੋ, ਦੋਵੇਂ ਡਿੱਗ ਪੈਂਦੇ ਹੈ। ਅਦਵੈਤ ਦਾ ਜਨਮ ਹੁੰਦਾ ਹੈ। ਗਿਆਨ ਖੰਡ ਦੀ ਜਿਹੜੀ ਆਖਰੀ ਉਚਾਈ ਹੈ ਉਹ ਅਦਵੈਤ ਦਾ ਅਨੁਭਵ ਹੈ, ਇੱਕ ਦਾ ਅਨੁਭਵ ਹੈ। ਧੰਨਵਾਦ।